प्यारे दोस्तों, जिवें कि पहली वीडियो विच असी लिंग समानता दे बारे गल कीती सी। उस वीडियो दौरान असी इस बारे गल करन दी कोशिश कीती सी कि लिंग समानता दा जिहड़ा एक्चुअली कारण की है। सो उस कारण विच सानूं देखण च आया सी कि ਜਿਹੜੇ भी समाज ਇਸਾਵਾਂ विकास करते हैं उन्हां समाजां विच लिंग असमानता भी आम देखने को मिलती है। सो जदों कोई समाज का विकास सावां होवेगा जिहड़ा कि भावें किसी भी लिंग नाल संबंध होवे, किसी भी जाति नाल संबंध होवे, किसी भी धर्म नाल संबंध होवे, जदों सारे लोगों का विकास एक जैसा होवेगा तां उस तरह के समाज विच असमानता होण दीयां संभावनावां घट जांदियां हन। सो जिवें कि असीं पहलां गल कीती है कि औरतां दी अज भी जिहड़ी स्थिति है वो कोई बहुती चंगी नहीं, ਅਤੇ ਇਹ ਵੀ ਦੇਖਣ ਚ ਆਇਆ ਹੈ ਕਿ ਇਸ ਦਾ ਕਾਰਨ ਜਿਹੜਾ ਹੈ ਉਹ ਅਸਾਵਾਂਪਣ ਸਿਰਫ ਆਰਥਿਕ ਨਹੀਂ, ਉਸ ਵਿੱਚ ਸਮਾਜਿਕ ਅਸਾਵਾਂਪਣ ਜਿਹੜਾ ਹੈ ਉਹ ਵੀ ਇੱਕ ਬਹੁਤ ਵੱਡਾ ਹਿੱਸਾ ਇਸ ਨੂੰ ਵਧਾਉਣ ਵਿੱਚ ਪਾਉਂਦਾ ਹੈ। ਜਿਵੇਂ ਕਿ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ, ਜਾਤੀਆਂ ਦੇ ਵਿੱਚ, ਧਰਮਾਂ ਦੇ ਵਿੱਚ। ਸੋ ਇਹ ਜਿਹੜਾ ਫਰਕ ਜਦੋਂ ਅਸੀਂ ਕਿਸੇ भी समाज ਨੂੰ ਨੀਚ ਦੇ ਨਾਲ ਦੇਖਦੇ ਹਾਂ ਤਾਂ ਸਾਨੂੰ ਇਹ ਜਿਹੜੇ ਫਰਕ ਨੇ ਇਹ ਅਕਸਰ ਹੀ ਨਜ਼ਰ ਆਉਂਦੇ ਨੇ। ਔਰ ਜਿਹੜੇ ਇਸ ਤੋਂ ਵੀ ਅਗਲੀ ਜਿਹੜੀ ਗੱਲ ਹੈ ਉਹ ਹੈ ਕਿ ਜਿੱਥੇ ਔਰਤਾਂ ਦੇ ਵਿੱਚ ਉਹਨਾਂ ਦੇ ਵਿਕਾਸ ਕਾਰਨ ਉਹਨਾਂ ਵਿੱਚ ਫਰਕ ਹੈ ਪਿੰਡਾਂ ਸ਼ਹਿਰਾਂ ਜਾਤੀ ਧਰਮਾਂ ਦੇ ਆਧਾਰ 'ਤੇ, ਉੱਥੇ ਜਿਹੜਾ ਇੱਕ ਹੋਰ फर्क जिहड़ा दिखाई दिंदा है जिवें कि असीं पहले गल कीती है कि वो है लिंग दा, क्योंकि मर्द जिहड़ा है मर्द दे नाल समाजिक रुतबा जुड़िया है। वो समाजिक रुतबा क्योंकि उसनूं अपनी जाति दे नाल मिलदा है, क्योंकि उहदा ही नाम चलदा है अगे परिवार दे विच, अते उसनूं जिहड़ा पुश्तैनी कोई भी कसब करदा है, कोई भी काम करदा है, उस दे आधार ते उहदा स्टेटस जिहड़ा वो जिहड़ा समाज विच तय हुंदा है। सो इस तरह जिहड़ियां जाति आधारित ते जिस तरह पुश्तैनी जिहड़ियां उन्हां दे कसब दे आधार ते भी जिहड़ा मर्द और औरत दा इक्को घर दे विच जिहड़ा अंतर है वो भी अक्सर देखने को मिलता है। ਅਸੀਂ ਇੱਥੇ ਗੱਲ ਕਰਨ ਜਾ ਰਹੇ ਹਾਂ ਕਿ ਲਿੰਗ ਅਸਮਾਨਤਾ ਜਿਹੜੀ ਹੈ ਉਹ ਔਰਤਾਂ ਜਿਹੜੀਆਂ ਨੇ ਇਸ ਦੀ ਜ਼ਿਆਦਾ ਇਸ ਨੂੰ ਭੋਗ ਰਹੀਆਂ ਨੇ, ਇਸ ਦਾ ਜ਼ਿਆਦਾ ਸ਼ਿਕਾਰ ਹੋ ਰਹੀਆਂ ਨੇ। ਤੇ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਜਿਹੜੀਆਂ ਡਾਕਟਰੀ ਸਹੂਲਤਾਂ ਨੇ, ਜੇ ਅਸੀਂ ਸਿਹਤ ਦੇ ਸੰਬੰਧ ਵਿੱਚ ਗੱਲ ਕਰੀਏ ਤਾਂ ਡਾਕਟਰੀ ਸਹੂਲਤਾਂ ਜਿਹੜੀਆਂ ਨੇ ਉਹ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਬਹੁਤ ਘੱਟ ਹੀ ਮਿਲਦੀਆਂ ਨੇ। ਇਹ ਸਮੱਸਿਆ ਜਿਹੜੀ ਹੈ ਉਹ ਸਾਰੇ ਖਾਸ ਕਰਕੇ ਤੀਸਰੇ ਦੁਨੀਆ ਦੇ ਮੁਲਕਾਂ ਵਿੱਚ ਅਕਸਰ ਹੀ ਵੇਖਣ ਨੂੰ ਮਿਲਦੀ ਹੈ। ਉਹਦਾ ਕਾਰਨ ਇਹ ਹੈ ਕਿ ਕਿਉਂਕਿ ਜਿਹੜਾ औरत है ਉਹਦੇ ਕੋਲ ਆਪਣੀ फैसला लैन की जी गल है वो उस लैवल तक नहीं होंगी, वो खुद फैसला नहीं लै सकती, इस करके वो डॉक्टरी सहूलतां भी जिहड़ियां ने उन्होंने नहीं लै सकती। दूसरी गल जिहड़ी औरतों दे विच अजे भी वेखण नूं मिल रही है और बहुत तिखे रूप च कई बार नज़र आउंदी है, वो है कि जिहड़ियां बलात्कार वर्गियां घटनावां, ऑनर किलिंग वर्गियां घटनावां, ईवन जिहड़ी घरेलू जिहड़ा हिंसा है उसनूं आम जिहा घरेलू एक परिवारिक समस्या नूं समझिया जाता है, पर यह परिवारिक समस्या नहीं है। इस दिन ये एक परिवारिक समस्या नहीं, समाजिक समस्या है। सो जदों भी इस नाल असीं विचरदे हाँ तां कोई कहंदा उस फलाने दे घर दी गल है, असीं की लैणा, पर एक्चुअली ये गल पूरे समाज की हुंदी है। इस तरह ही जबरन विआह अजे भी तक भी हो रहे हैं, बाल विवाह
क्योंकि अजे भी 18 साल तो घट उम्र ਦੀਆਂ बहुत सारिया लड़कियां ਜਿਹੜੀਆਂ ਨੇ ਉਹ ਵਿਆਹ ਵਿੱਚ ਬੰਨ੍ਹ ਦਿੱਤੀਆਂ ਜਾਂਦੀਆਂ ਨੇ, ਵਿਆਹ ਦੀ ਇੱਕ ਰਸਮ ਵਿੱਚ ਬੰਨ੍ਹ ਦਿੱਤੀਆਂ ਜਾਂਦੀਆਂ ਨੇ, ਜਦੋਂ ਕਿ 18 ਸਾਲ ਇੱਕ ਕਾਨੂੰਨੀ ਉਮਰ ਹੈ ਜਿਸ ਤੋਂ ਬਾਅਦ ਹੀ ਲੜਕੀਆਂ ਦਾ ਵਿਆਹ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਹੀ ਜਿਹੜੀ ਪੜ੍ਹਾਈ ਦੇ ਵਿੱਚ ਅਸਮਾਨਤਾ ਉਹ ਵੀ ਬਹੁਤ ਦੇਖਣ ਨੂੰ ਮਿਲਦੀ ਹੈ। ਜਿਹੜੀਆਂ ਹਾਇਰ ਐਜੂਕੇਸ਼ਨ ਨੇ ਉਹਨਾਂ ਵਿੱਚ ਅਸੀਂ ਲੱਗਦਾ ਸਾਨੂੰ ਕਿ ਲੜਕੀਆਂ ਬਹੁਤ ਅੱਗੇ ਨਿਕਲ ਗਈਆਂ ਨੇ, ਲੜਕੀਆਂ ਬਹੁਤ ਕੁਛ ਆ ਰਹੀਆਂ ਨੇ, ਚਾਹੇ ਉਹ ਡਿਗਰੀ ਕਾਲਜਸ ਹੋਣ, ਪ੍ਰੋਫੈਸ਼ਨ ਕਾਲਜਸ ਹੋਣ। ਪਰ ਜਦੋਂ ਅਸੀਂ ਪਿੰਡਾਂ ਦੇ ਪੱਧਰ 'ਤੇ ਗੱਲ ਕਰਦੇ ਹਾਂ ਜਾਂ ਅਸੀਂ ਉਹਨਾਂ ਲੋਕਾਂ ਦੀ ਗੱਲ ਕਰਦੇ ਹਾਂ ਜਿੱਥੇ ਅਜੇ ਤੱਕ ਜਿਹੜੀ ਐਜੂਕੇਸ਼ਨ ਉਸ ਪੱਧਰ 'ਤੇ ਨਹੀਂ ਪਹੁੰਚੀ, ਔਰ ਜਿੱਥੇ ਜਿਹੜੀਆਂ ਨੇ ਔਰਤ ਦੇ ਨਾਲ ਹਿੰਸਾ ਦੀਆਂ ਘਟਨਾਵਾਂ, ਉਹਨਾਂ ਦੀਆਂ ਜਿਹੜੀਆਂ ਪਰਸਨਲ ਪ੍ਰੋਬਲਮ ਉਹਨਾਂ ਬਾਰੇ ਨਾ ਚੰਗੀ ਤਰ੍ਹਾਂ ਡੀਲ ਕਰਨਾ, ਉਹਦੇ ਕਰਕੇ ਬਹੁਤ ਸਾਰੀਆਂ ਬੱਚੀਆਂ ਜਿਹੜੀਆਂ ਨੇ, ਖਾਸ ਕਰਕੇ ਜਦੋਂ ਮਹੀਨਾਰਕੀ ਸ਼ੁਰੂ ਹੁੰਦੀ ਹੈ, ਮਾਹਵਾਰੀ ਸ਼ੁਰੂ ਹੁੰਦੀ ਹੈ, ਤਾਂ ਉਸ ਟਾਈਮ 'ਤੇ ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਨੇ ਉਹ ਸਕੂਲ ਛੱਡ ਜਾਂਦੀਆਂ ਨੇ। ਇਸ ਤਰ੍ਹਾਂ ਜੇ ਘਰ ਵਿੱਚ ਕੋਈ ਸਮੱਸਿਆ ਹੈ, ਇਹ ਬਿਮਾਰੀ ਹੈ ਜਾਂ ਕੁਛ ਵੀ ਹੈ, ਆਰਥਿਕ ਪੱਖੋਂ ਕਮਜ਼ੋਰ ਹੈ, ਤਾਂ ਪਹਿਲਾਂ ਜਿਹੜਾ ਅਟੈਕ ਹੁੰਦਾ ਹੈ ਉਹ ਲੜਕੀ 'ਤੇ ਹੁੰਦਾ ਹੈ। ਸੋ ਲੜਕੀ ਨੂੰ ਹੀ ਸਕੂਲ ਤੋਂ ਹਟਾ ਲਿਆ ਜਾਂਦਾ ਹੈ। ਸੋ ਇਸ ਤਰ੍ਹਾਂ ਜਿਹੜੀ ਪੜ੍ਹਾਈ ਦਾ ਵੀ ਜਿਹੜਾ ਅਸਮਾਨਤਾ ਹੈ ਉਹ ਅਜੇ ਵੀ ਲੜਕੀਆਂ ਵਿੱਚ ਪੇਂਡੂ ਪੱਧਰ 'ਤੇ ਜਾਂ ਉਹ ਇਲਾਕਿਆਂ ਦੇ ਵਿੱਚ ਜਿੱਥੇ ਅਜੇ ਤੱਕ ਨਹੀਂ ਹੈ, ਮਤਲਬ ਜਿਹੜੀ ਐਜੂਕੇਸ਼ਨ ਹੈ ਜਾਂ ਉੱਥੇ ਜਿਹੜੀ ਆਰਥਿਕਤਾ ਜਿਹੜੀ ਉਹ ਮਜ਼ਬੂਤ ਨਹੀਂ ਹੋਈ, ਉੱਥੇ ਅਜੇ ਵੀ ਸਮੱਸਿਆਵਾਂ ਵੇਖਣ ਨੂੰ। ਇਹ ਵੇਖਣ 'ਚ ਆਇਆ ਕਿ ਇਹ ਜਿਹੜੀਆਂ ਸਮੱਸਿਆਵਾਂ ਨੇ ਇਹ ਅਜੇ ਵੀ ਕਿਉਂ ਹੋ ਰਹੀਆਂ ਨੇ, ਕਿਉਂ ਨੇ ਅਜੇ ਵੀ ਸਮਾਜ ਵਿੱਚ ਪਾਈਆਂ ਜਾਂਦੀਆਂ ਨੇ। ਇਸ ਦਾ ਕਾਰਨ ਇਹ ਹੈ ਕਿ ਬਹੁਤ ਸਾਰੀਆਂ ਸਾਡੀਆਂ ਜਿਹੜੇ ਰੀਤੀ ਰਿਵਾਜ ਨੇ, ਵਿਸ਼ਵਾਸ ਨੇ, ਉਹ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਔਰਤਾਂ ਨਾਲ ਜੁੜੇ ਨੇ। ਔਰਤਾਂ ਦੀ ਗੱਲ ਜਿਹੜੀ ਹੈ ਔਰਤ ਦੇ ਨਾਲ ਜੁੜੀ ਹੈ, ਮਤਲਬ ਕਹਿੰਦੇ ਕਿ ਇਸ ਤਰ੍ਹਾਂ ਕਿ ਜਿੱਦਾਂ ਕੋਈ ਗੱਲ ਕੀਤੀ ਜਾ ਰਹੀ ਹੈ ਤਾਂ ਉਹ ਇਸ ਤਰ੍ਹਾਂ ਲੱਗਦਾ ਜਿੱਦਾਂ ਔਰਤ ਨੂੰ ਦਬਾ ਕੇ ਗੱਲ ਕੀਤੀ ਜਾਂਦੀ ਹੈ। ਠੀਕ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਸਮਾਜ ਦੇ ਇੱਕ ਛੋਟੇ ਵਰਗ ਦੇ ਵਿੱਚ ਮਰਦ ਤੇ ਵੀ ਤਸ਼ੱਦਦ ਦੀਆਂ ਘਟਨਾਵਾਂ ਵੇਖਣ ਨੂੰ ਮਿਲਦੀਆਂ ਨੇ, ਪਰ ਜ਼ਿਆਦਾਤਰ ਜਿਹੜੀ ਤਸ਼ੱਦਦ ਹੈ ਉਹ ਔਰਤਾਂ 'ਤੇ ਹੋ ਰਿਹਾ ਹੈ। ਸੋ ਇਸ ਦੇ ਨਾਲ ਹੀ ਜਿਹੜੀਆਂ ਔਰਤਾਂ ਦੇ ਵਿੱਚ ਜਿਹੜੀਆਂ ਉਹਦੇ ਪ੍ਰਜਨਨ ਜਿਹੜੇ ਅੰਗਾਂ ਨੇ ਉਹਨਾਂ ਕਰਕੇ ਜਿਹੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ, ਜਿਨ੍ਹਾਂ ਬਾਰੇ ਉਹ ਡਾਕਟਰ ਦੇ ਕੋਲ ਜਾ ਕੇ ਆਪਣੇ ਆਪ ਨੂੰ ਦੱਸ ਹੀ ਨਹੀਂ ਸਕਦੀ। ਪਹਿਲਾਂ ਤਾਂ ਡਾਕਟਰ ਤੱਕ ਪਹੁੰਚਦੀ ਨਹੀਂ, ਜੇ ਪਹੁੰਚਦੀ ਹੈ ਤਾਂ ਉਹਨੂੰ ਕੋਈ ਫੀਮੇਲ ਡਾਕਟਰ ਨਾ ਹੋਣ ਕਰਕੇ ਉਹ ਆਪਣੀਆਂ ਸਮੱਸਿਆਵਾਂ ਨੂੰ ਮੇਲਸ ਦੇ ਕੋਲ ਆਪਣੇ ਆਪ ਨੂੰ ਦੱਸ ਨਹੀਂ ਸਕਦੀ। ਇਸ ਕਰਕੇ ਕਈ ਵਾਰੀ ਬਚਪਨ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ, ਖਾਸ ਕਰਕੇ ਜਦੋਂ ਮਹੀਨਾਰਕੀ ਸ਼ੁਰੂ ਹੁੰਦੀ ਹੈ, ਮਾਹਵਾਰੀ ਦੇ ਦਿਨ ਹੁੰਦੇ ਨੇ, ਜਾਂ ਉਹਦੀ ਪ੍ਰਜਨਨ ਕਿਰਿਆ ਜਦੋਂ ਸ਼ੁਰੂ ਹੋ ਜਾਂਦੀ ਹੈ, ਜਦੋਂ ਕੋਈ ਰਿਪਰੋਡਕਟਿਵ ਪੀਰੀਅਡ ਹੁੰਦਾ, ਜਾਂ ਜਦੋਂ ਬੱਚੇ ਦਾ ਜਨਮ ਹੁੰਦਾ, ਤਾਂ ਉਦੋਂ ਵੀ ਕਈ ਸਾਰੀਆਂ ਜਿਹੜੀਆਂ ਸਮੱਸਿਆ ਪੈਦਾ ਹੋ ਜਾਂਦੀਆਂ ਨੇ, ਜਿਹੜੀਆਂ ਪੇਚੀਦਗੀਆਂ ਨੇ, ਜਿਹੜੀਆਂ ਬਾਅਦ ਵਿੱਚ ਜਾ ਕੇ ਉਸ ਨੂੰ ਤਕਲੀਫ ਦੇ ਉਹਦੇ ਲਈ ਹੋ ਜਾਂਦੀਆਂ ਨੇ। ਇਸ ਤਰ੍ਹਾਂ ਹੀ ਕੈਂਸਰ ਹੈ, ਸਰਵਿਕਸ ਕੈਂਸਰ ਹੈ, ਜਿਹਨੂੰ ਬੱਚੇ ਦਾ ਅੰਦਰ ਕੈਂਸਰ ਕਹਿੰਦੇ ਆ, ਛਾਤੀ ਦਾ ਕੈਂਸਰ ਹੈ, ਇਹ ਆਮ ਹੀ ਔਰਤਾਂ ਦੇ ਵਿੱਚ ਦੇਖਣ ਨੂੰ ਮਿਲਦਾ, ਜਿਸ ਕਰਕੇ ਇਹ ਹੋਰ ਵੀ ਮੌਤ ਦਰ ਜਿਹੜੀ ਹੈ ਔਰਤਾਂ ਦੇ ਵਿੱਚ, ਇੱਕ ਤਾਂ ਮੌਤ ਦਰ ਜਦੋਂ ਬੱਚੇ ਦਾ ਜਨਮ ਹੁੰਦਾ ਉਸ ਟਾਈਮ 'ਤੇ ਇਹਦੀ ਬਹੁਤ ਜ਼ਿਆਦਾ ਹੁੰਦੀ ਹੈ। ਸੈਕਿੰਡ, ਜਦੋਂ ਕਿ ਇਹ ਕਿਉਂਕਿ ਜ਼ਿਆਦਾਤਰ ਕੈਂਸਰ ਦਾ ਬੱਚੇ ਦਾ ਕੈਂਸਰ ਔਰ ਜਿਹੜਾ ਛਾਤੀ ਦਾ ਕੈਂਸਰ ਹੈ, ਜਿਹੜਾ ਕਿ ਬਹੁਤ ਸਾਲ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਬਾਕੀ ਮੁਲਕਾਂ ਦੇ ਮੁਕਾਬਲੇ ਸਾਡੀਆਂ ਔਰਤਾਂ ਦੇ ਵਿੱਚ, ਸੋ ਉਹਦੇ ਕਰਕੇ ਵੀ ਇਹਨਾਂ ਦੀ ਡੈਥ ਜਿਹੜੀ ਹੈ ਜ਼ਿਆਦਾ। ਹੁਣ ਸਵਾਲ ਆਉਂਦਾ ਹੈ ਕਿ ਬਰਾਬਰੀ ਕੀ ਹੈ ਅਤੇ ਬਰਾਬਰ ਹੋਣ ਦੇ ਮੌਕੇ ਕਿਸ ਤਰ੍ਹਾਂ ਮਿਲੇ ਨੇ। ਇਹ ਸਵਾਲ ਬਹੁਤ ਇੰਪੋਰਟੈਂਟ ਹੈ। ਇਕੁਐਲਿਟੀ, ਜਦੋਂ ਅਸੀਂ ਇਕੁਐਲਿਟੀ ਦੀ ਗੱਲ ਕਰਦੇ ਹਾਂ ਤਾਂ ਇਕੁਐਲਿਟੀ ਮੀਨਸ ਕਿ ਕੋਈ ਚੀਜ਼ ਸਾਡੇ ਕੋਲ ਹੈ, ਕੋਈ ਵੀ ਬੰਦਾ ਜਾ ਕੇ ਉੱਥੋਂ ਉਹ ਜਿਹੜੀਆਂ ਚੀਜ਼ ਪ੍ਰਾਪਤ ਕਰ ਸਕਦਾ ਹੈ, ਮਤਲਬ ਕਿਸੇ ਨੂੰ ਬੰਦਿਸ਼ ਨਹੀਂ ਹੈ ਕਿ ਉੱਥੇ ਜਾਇਆ ਜਾਵੇ, ਨਹੀਂ ਜਾਣਦੀ। ਪਰ ਸਵਾਲ ਇਹ ਉੱਠਦਾ ਹੈ ਕਿ ਜਦੋਂ ਔਰਤਾਂ ਜਿਹੜੀਆਂ ਨੇ ਉਹ ਖੁਦ ਫੈਸਲਾ ਹੀ ਨਹੀਂ ਲੈ ਸਕਦੀਆਂ, ਜੇ ਉਹਨਾਂ ਨੇ ਆਪਣਾ ਟੀਕਾਕਰਨ ਕਰਾਉਣਾ ਹੈ ਜਾਂ ਆਪਣੀ ਦਵਾਈ ਲੈਣੀ ਹੈ ਤਾਂ ਉਹਨੂੰ ਪਹਿਲਾਂ ਆਪਣੇ ਮਰਦ ਨੂੰ ਪੁੱਛਣਾ ਪੈਂਦਾ ਕਿ ਮੈਂ ਦਵਾਈ ਲੈ ਆਵਾਂ ਜਾਂ ਤੁਸੀਂ ਮੇਰੇ ਨਾਲ ਚੱਲੋ ਦਵਾਈ ਲੈਣ ਲਈ। ਸੋ ਗੱਲ ਇਹ ਹੈ ਕਿ ਭਾਵੇਂ ਕਿ ਸੇਵਾਵਾਂ ਹੈ ਵੀ ਨੇ, ਪਰ ਉਹ ਸੇਵਾਵਾਂ ਤੱਕ ਪਹੁੰਚਣਾ ਜਿਹੜਾ ਹੈ ਉਹ ਇੱਕ ਵੱਡੀ ਸਮੱਸਿਆ ਹੁੰਦੀ ਹੈ। ਸੋ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ
घर वाला कहेगा जो मेरे को टाइम होया मैं चलांगे। सो इस करके जी बहुत सारी समस्यावां ने, औरतां जो आप अपना फैसला नहीं लै सकदियां ਉਹਦੇ ਕਾਰਨ ਕਰਕੇ ਭਾਵੇਂ ਸੇਵਾਵਾਂ ਕੋਈ ਜਿਹੜੀਆਂ ਨੇ ਉਹ ਉੱਥੇ ਹੋਣ ਵੀ ਉਸ ਏਰੀਆ ਦੇ ਵਿੱਚ, ਉਸ ਇਲਾਕੇ ਦੇ ਵਿੱਚ, ਪਰ ਉਹ ਫਿਰ ਵੀ ਉਹਨਾਂ ਨੂੰ ਅਵੇਲ ਨਹੀਂ ਕਰ ਸਕਦੀ। ਸੋ ਇਸ ਤਰ੍ਹਾਂ ਦਾ ਵਿਤਕਰਾ ਜਿਹੜਾ ਹੈ, ਇਸ ਵਿਤਕਰੇ ਨੂੰ ਅਸੀਂ ਉਦੋਂ ਹੀ ਠੀਕ ਕਰ ਸਕਦੇ ਹਾਂ ਜਦੋਂ ਅਸੀਂ ਇਕੁਐਲਿਟੀ ਨੂੰ ਇਕੁਇਟੀ ਦੇ ਵਿੱਚ ਬਦਲਦੇ ਹਾਂ। ਇਕੁਐਲਿਟੀ ਮੀਨਸ ਸਾਰਿਆਂ ਨੂੰ ਮੌਕੇ ਨੇ ਕਿ ਉਹ ਬੰਦਾ ਆਪਣੀਆਂ ਸੇਵਾਵਾਂ ਲੈ ਸਕਦਾ। ਇਕੁਇਟੀ ਮੀਨਸ ਕਿ ਕੀ ਉਹ ਸੇਵਾਵਾਂ ਲੈਣ ਯੋਗ ਹੈ ਕਿ ਨਹੀਂ ਹੈ। ਸੋ ਉਸ ਤਰ੍ਹਾਂ ਦੀ ਜਿਹੜੀ ਗੱਲ ਹੈ ਉਹ ਬਹੁਤ ਮਹੱਤਵਪੂਰਨ ਹੈ। ਸੋ ਇਹ ਧਾਰਨਾ ਜਿਹੜੀ ਹੈ ਔਰਤਾਂ ਤੇ ਮਰਦਾਂ ਨਾਲ ਸੰਬੰਧਿਤ ਨਿਰਪੱਖਤਾ ਉਹਨਾਂ ਦੀਆਂ ਆਪਣੀਆਂ ਜ਼ਰੂਰਤਾਂ ਅਨੁਸਾਰ ਹੁੰਦੀ ਹੈ। ਜਿੱਦਾਂ ਮਰਦ ਨੂੰ ਕੋਈ ਪ੍ਰੋਬਲਮ ਹੋਵੇ ਤਾਂ ਮਰਦ ਆਪਣਾ ਜਾ ਕੇ ਇਲਾਜ ਕਰਾ ਲਏਗਾ, ਪਰ ਜਦੋਂ ਔਰਤ ਨੂੰ ਹੁੰਦਾ ਤਾਂ ਔਰਤ ਆਪਣੀ ਮਰਦ ਕੋਲੋਂ ਪੁੱਛੇਗੀ ਕਿ ਜਾਣਾ ਹੈ, ਤੁਹਾਡੇ ਕੋਲ ਕਦੋਂ ਟਾਈਮ ਹੈ, ਜਾਂ ਜੇ ਜਾਂਦੀ ਹੈ ਤਾਂ ਕੀ ਉਹਦੇ ਕੋਲ ਆਪਣੀ ਜੇਬ 'ਚ ਪੈਸਾ ਹੈਗਾ ਜਿਸ ਨਾਲ ਉਹ ਆਪਣਾ ਫੀਸ ਦੇ ਸਕੇਗੀ, ਇਲਾਜ ਕਰਾ ਸਕੇਗੀ। ਉਹ ਵੀ ਉਸਨੂੰ ਆਪਣੇ ਘਰ ਵਾਲੇ ਕੋਲ ਮੰਗਣਾ ਪੈਂਦਾ ਹੈ, ਖਾਸ ਕਰਕੇ ਉਹਨਾਂ ਦੇ ਜਿੱਥੇ ਸਿਰਫ ਔਰਤਾਂ ਜਿਹੜੀਆਂ ਨੇ ਆਪਣੇ ਘਰ ਦੇ ਕੰਮ। ਸੋ ਜੋ ਇਹ ਅਧਿਕਾਰਾਂ, ਲਾਭਾਂ, ਜ਼ਿੰਮੇਵਾਰੀਆਂ ਅਤੇ ਮੌਕਿਆਂ ਦੇ ਬਰਾਬਰ ਮੰਨਿਆ ਜਾਂਦਾ ਹੈ, ਜਦੋਂ ਤੱਕ ਇਹ ਨਹੀਂ ਅਸੀਂ ਗੱਲ ਕਰਦੇ ਉਦੋਂ ਤੱਕ ਅਸੀਂ ਇਕੁਇਟੀ ਦੀ ਗੱਲ ਨਹੀਂ ਕਰਾਂਗੇ। ਇਕੁਇਟੀ ਮੀਨਸ ਕਿ ਅਸੀਂ ਉਸ ਨੂੰ ਉਸ ਪੱਧਰ 'ਤੇ ਨਹੀਂ ਲਿਆ ਸਕੇ ਜਿੱਥੇ ਉਹ ਆਪ ਫੈਸਲੇ ਲੈ ਕੇ ਆਪਣੀ ਜਿਹੜੀਆਂ ਸੇਵਾਵਾਂ ਨੂੰ ਲੈ ਸਕੇ। ਸੋ ਔਰਤਾਂ ਦੀ ਆਜ਼ਾਦੀ ਦਾ ਮਸਲਾ ਸਿਰਫ ਰੋਟੀ ਦਾ ਨਹੀਂ ਹੈ, ਇਹ ਸ਼ਾਂਤੀ ਦਾ ਮਸਲਾ ਹੈ। ਕਿਉਂਕਿ ਜਦੋਂ ਵੀ ਕਿਤੇ ਅਸ਼ਾਂਤੀ ਹੁੰਦੀ ਹੈ ਤਾਂ ਪਹਿਲਾ ਜਿਹੜੇ ਸ਼ਿਕਾਰ ਹੁੰਦਾ ਬੱਚੇ ਹੁੰਦੇ ਨੇ ਜਾਂ ਔਰਤਾਂ ਹੁੰਦੀਆਂ ਨੇ। ਸੋ ਔਰਤਾਂ ਲਈ ਸ਼ਾਂਤੀ ਬਹੁਤ ਜ਼ਰੂਰੀ ਹੈ। ਸੋ ਜੇ ਸ਼ਾਂਤੀ ਭਾਵੇਂ ਘਰ 'ਚ ਨਹੀਂ ਹੈ, ਅਸ਼ਾਂਤੀ ਹੈ, ਤਾਂ ਵੀ ਬੱਚਿਆਂ ਤੇ ਮਾਂ 'ਤੇ ਅਸਰ ਪਵੇਗਾ। ਅਗਰ ਮਾਂ 'ਤੇ ਅਸਰ ਪਵੇਗਾ ਤਾਂ ਬੱਚਿਆਂ 'ਤੇ ਅਸਰ ਪਵੇਗਾ। ਔਰ ਅਗਰ ਕੋਈ ਅਸ਼ਾਂਤੀ ਮੁਲਕ ਦੇ ਵਿੱਚ ਚੱਲ ਰਹੀ ਹੈ, ਰਾਜਾਂ ਦੇ ਵਿੱਚ ਚੱਲ ਰਹੀ ਹੈ, ਤਾਂ ਉੱਥੇ ਵੀ ਜੇਕਰ ਉਹਦਾ ਹਸਬੈਂਡ, ਭਰਾ ਕੋਈ ਨੁਕਸਾਨ ਹੋ ਜਾਂਦਾ ਤਾਂ ਉਹ ਵੀ ਜਿਹੜਾ ਸਫਰ ਕਰਦੀ ਹੈ। ਇਸ ਲਈ ਸੰਸਾਰ ਪੱਧਰ ਦੀ ਸ਼ਾਂਤੀ ਜਿਹੜੀ ਹੈ ਔਰਤ ਜਾਤੀ ਲਈ ਬਹੁਤ ਮਹੱਤਵਪੂਰਨ ਹੈ। ਸੋ ਬਚਪਨ ਕਿਸੇ ਦੇਸ਼ ਦਾ ਭਵਿੱਖ ਹੁੰਦਾ ਹੈ, ਪਰ ਔਰਤ ਦਾ ਬਚਪਨਾ ਜਿਹੜਾ ਉਹ ਉਸਦੀ ਪੂਰੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ। ਅਗਰ ਉਸਦੇ ਪਹਿਲੇ ਦਿਨਾਂ ਨੂੰ ਅਸੀਂ ਚੰਗੀ ਤਰ੍ਹਾਂ ਨਹੀਂ ਲੈਂਦੇ ਤਾਂ ਉਹ ਜਿਹੜੀਆਂ ਉਹਦੀ ਜ਼ਿੰਦਗੀ ਦੇ ਜਿਹੜੇ ਉਸ ਟਾਈਮ ਦੀਆਂ ਜਿਹੜੀਆਂ ਖਾਮੀਆਂ ਰਹਿ ਜਾਂਦੀਆਂ, ਗਲਤੀਆਂ ਹੋ ਜਾਂਦੀਆਂ ਨੇ, ਉਹ ਉਹਨੂੰ ਉਮਰ ਭਰ ਭੁਗਤਣੀਆਂ ਪੈਂਦੀਆਂ ਨੇ। ਇਸੇ ਕਰਕੇ ਅੱਜ ਕੱਲ੍ਹ ਜਿਹੜਾ ਅਸੀਂ ਪ੍ਰੋਗਰਾਮ ਸਾਡੇ ਚੱਲ ਰਿਹਾ ਹੈ ਉਸ ਨੂੰ ਅਸੀਂ ਰੀਪਰੋਡਕਟਿਵ ਐਂਡ ਚਾਈਲਡ ਹੈਲਥ ਪਲੱਸ ਅਡੋਲਸੈਂਟ ਪ੍ਰੋਗਰਾਮ ਕਹਿੰਦੇ ਹਾਂ। ਇਸ ਨੂੰ ਕਿਹਾ ਜਾਂਦਾ ਕਿ ਜਨਮ ਤੋਂ ਪਹਿਲਾਂ ਤੇ ਉਸਦੀ ਮੌਤ ਤੱਕ ਦੀਆਂ ਜਿਹੜੀਆਂ ਸਾਰੀਆਂ ਸੇਵਾਵਾਂ ਨੇ ਉਹ ਉਹਦੇ ਲਈ ਹੋਣੀ ਚਾਹੀਦੀ, ਤਾਂ ਕਿ ਉਸ ਵਿੱਚੋਂ ਉਹ ਚੰਗੀ ਆਪਣੀ ਸਿਹਤਮੰਦ ਹੋ ਸਕੇ। ਸੋ ਜੇ ਸਿਹਤਮੰਦ ਹੋਵੇਗੀ, ਬਚਪਨਾ ਸਿਹਤਮੰਦ ਹੋਏਗਾ, ਉਹਦਾ ਅੱਲੜਪੁਣਾ ਸਿਹਤਮੰਦ ਹੋਏਗਾ, ਤਾਂ ਉਹਦੀ ਜਿਹੜੀ ਪ੍ਰਜਨਨ ਜਿਹੜਾ ਉਮਰ ਹੋਏਗੀ ਉਹ ਵੀ ਸਿਹਤਮੰਦ ਹੋਏਗੀ, ਔਰ ਸਿਹਤਮੰਦ ਹੋਣ ਦੇ ਨਾਲ ਉਹ ਸਿਹਤਮੰਦ ਬੱਚੇ ਨੂੰ ਪੈਦਾ ਕਰੇਗੀ। ਸੋ ਉਹਦੇ ਨਾਲ ਜਿਹੜੀ ਪੜ੍ਹਾਈ ਦਾ ਬਹੁਤ ਅੱਛੇ ਪ੍ਰਬੰਧ ਹੋਣੇ ਚਾਹੀਦੇ ਨੇ, ਕਿਉਂਕਿ ਬੱਚੇ ਦੇ ਲੈਣ ਸਮੇਂ ਅੱਛੇ ਹੋਣ ਦੀ ਸੰਭਾਵਨਾ ਹੁੰਦੀ ਹੈ। ਸਾਡਾ ਮੁਲਕ ਅਜਿਹਾ ਹੈ ਜਿਸ ਨੇ ਸਭ ਤੋਂ ਪਹਿਲਾਂ ਇੱਕ ਪ੍ਰੋਗਰਾਮ ਚਲਾਇਆ ਸੀ ਜਿਹਨੂੰ ICDS ਪ੍ਰੋਗਰਾਮ ਕਹਿੰਦੇ ਹਾਂ, ਏਕੀਕ੍ਰਿਤ ਬਾਲ ਵਿਕਾਸ। ਇਸ ਵਿੱਚ ਪਹਿਲੀ ਵਾਰ ਹੈ ਕਿ ਬੱਚਿਆਂ ਨੂੰ ਜਿਹੜੀ ਹੈ ਉਹ ਛੋਟੇ ਛੋਟੇ ਸੈਂਟਰ ਬਣਾ ਕੇ, ਜਿਨ੍ਹਾਂ ਨੂੰ ਆਗਰਵਾਲ ਸੈਂਟਰ ਕਹਿੰਦੇ ਆ, ਉਹਨਾਂ ਵਿੱਚ ਉਹਨਾਂ ਨੂੰ ਜਿਹੜੇ 6 ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਗਈਆਂ ਜਿਹੜੀਆਂ ਕਿ ਉਹਨਾਂ ਦੀ ਸਰੀਰਕ, ਮਾਨਸਿਕ ਤੇ ਭਾਵਨਾਤਮਕ ਦੇ ਵਿਕਾਸ ਲਈ ਬਹੁਤ ਜ਼ਰੂਰੀ ਸੀ। ਇਹਨਾਂ ਵਿੱਚੋਂ ਹੀ ਉਹਨਾਂ ਦੇ ਕੁਪੋਸ਼ਣ ਦਾ ਜਿਹੜਾ ਧਿਆਨ ਰੱਖਿਆ ਗਿਆ ਕਿ ਬਹੁਤ ਸਾਰੇ ਅਜੇ ਵੀ ਬੱਚੇ ਸਾਡੇ ਨੇ, ਖਾਸ ਕਰਕੇ ਫੀਮੇਲ ਜਿਹੜੀਆਂ ਨੇ ਉਹ ਕੁਪੋਸ਼ਣ ਦਾ ਸ਼ਿਕਾਰ ਹੁੰਦੀਆਂ ਨੇ। ਜੇ ਉਹ ਬਚਪਨ 'ਚ ਕੁਪੋਸ਼ਣ ਦਾ ਸ਼ਿਕਾਰ ਹੋਣਗੀਆਂ, ਅੱਲੜ ਕੁਪੋਸ਼ਣ ਦਾ ਸ਼ਿਕਾਰ ਹੋਣਗੀਆਂ, ਤਾਂ ਜਦੋਂ ਉਹ ਮਾਂ ਬਣੇਗੀ ਤਾਂ ਵੀ ਉਹ ਕੁਪੋਸ਼ਣ ਦਾ ਸ਼ਿਕਾਰ ਹੋਏਗੀ। ਅਗਰ ਜੇ ਮਾਂ ਕੁਪੋਸ਼ਣ ਦਾ ਸ਼ਿਕਾਰ ਹੈ ਤਾਂ ਉਹਦਾ ਹੋਣ ਵਾਲਾ ਬੱਚਾ ਵੀ ਘੱਟ ਭਾਰ ਦਾ ਹੋਵੇਗਾ। ਇਸ ਲਈ ਜ਼ਰੂਰੀ ਹੈ ਕਿ ਬਚਪਨ ਵਿੱਚ ਬੱਚੇ ਨੂੰ ਚੰਗੀ ਪ੍ਰਾਪਤ। ਸੋ ਲਿੰਗ ਸਮਾਨਤਾ ਨੂੰ ਪ੍ਰਾਪਤ ਕਰਨ ਲਈ ਔਰਤਾਂ ਦਾ ਸ਼ਕਤੀਕਰਨ ਬਹੁਤ ਜ਼ਰੂਰੀ ਹੈ। ਸੋ ਔਰਤਾਂ ਦੀ ਇੰਪਾਵਰਮੈਂਟ ਜਿਹੜੀ ਹੈ ਫੀਮੇਲ ਦੀ ਉਹ ਬਹੁਤ ਜ਼ਰੂਰੀ ਹੈ, ਔਰ ਬਚਪਨ ਅਤੇ ਜਵਾਨੀ ਚੰਗੀ ਤਰ੍ਹਾਂ ਸਿੱਖਿਅਤ ਕੀਤਾ ਜਾਵੇ। ਸੋ ਪਿਤਰੀ ਸੱਤਾ ਜਿਹੜੀ ਹੈ ਉਹ ਇੱਕ ਪੂਰੇ ਸਮਾਜ ਦੇ ਢਾਂਚੇ ਨਾਲ ਜੁੜੀ ਹੋਈ ਹੈ। ਸੋ ਇਸ ਕਰਕੇ ਇਸ ਨੂੰ ਅਸੀਂ ਇੰਨੀ ਜਲਦੀ ਖ਼ਤਮ ਕਰ ਨਹੀਂ ਸਕਦੇ ਜਦ ਤੱਕ ਵੱਡੀ ਚੇਂਜ ਨਹੀਂ ਆਉਂਦੀ। ਪਰ ਇਸ ਤੋਂ ਜ਼ਰੂਰੀ ਹੈ ਕਿ ਜਿੰਨੇ ਵੀ ਸਾਡੇ ਕੋਲ ਮੌਕੇ ਹੈਗੇ ਨੇ ਉਹਨਾਂ ਵਿੱਚ
ਜਿਹੜੀ ਹੈ ਔਰਤਾਂ ਦੀ ਸ਼ਮੂਲੀਅਤ ਜਿਹੜੀ ਹੈ ਵਧਾਈ ਜਾਵੇ, ਭਾਵੇਂ ਉਹ ਪੰਚਾਇਤ ਪੱਧਰ 'ਤੇ ਹੈ, ਭਾਵੇਂ ਉਹ ਬਲਾਕ ਪੱਧਰ 'ਤੇ ਹੈ, ਭਾਵੇਂ ਉਹ ਡਿਸਟ੍ਰਿਕਟ ਪੱਧਰ 'ਤੇ ਹੈ, ਔਰ ਭਾਵੇਂ ਉਹ ਸਟੇਟ ਪੱਧਰ 'ਤੇ ਹੈ, ਭਾਵੇਂ ਉਹ ਪਾਰਲੀਮੈਂਟ ਦੇ ਲੈਵਲ 'ਤੇ ਹੈ। ਸੋ ਜਿੰਨੀ ਔਰਤਾਂ ਦੀ ਸ਼ਮੂਲੀਅਤ ਹੋਵੇਗੀ, ਖਾਸ ਕਰਕੇ ਉਹ ਔਰਤਾਂ ਜਿਹੜੀਆਂ ਇਸ ਮਾਹੌਲ ਦੇ ਵਿੱਚ ਬਹੁਤ ਹੀ ਜ਼ਿਆਦਾ ਪਛੜ ਕੇ ਆਉਂਦੇ ਆ, ਕਿਉਂਕਿ ਉਹਨਾਂ ਨੂੰ ਇਹਨਾਂ ਗੱਲਾਂ ਦਾ ਜ਼ਿਆਦਾ ਪਤਾ ਹੋਵੇਗਾ ਕਿ ਕਿਹੜੀਆਂ ਪ੍ਰੋਬਲਮ ਜਿਹੜੀਆਂ ਲੋਕਾਂ ਦੀਆਂ ਨੇ। ਸੋ ਭਾਵੇਂ ਕਿ ਇਹ ਬਹੁਤ ਸਾਰੀ ਜਗ੍ਹਾ 'ਤੇ ਇਹਦਾ ਕੀਤਾ ਗਿਆ ਹੈ ਪ੍ਰਬੰਧ, ਪਰ ਫਿਰ ਵੀ ਅਜੇ ਤੱਕ ਦੇਖਣ 'ਚ ਆਉਂਦਾ ਹੈ ਕਿ ਉਹ ਔਰਤਾਂ ਜਿਹੜੀਆਂ ਐਕਚੁਅਲੀ ਸਮਝਦੀਆਂ ਨੇ ਪ੍ਰੋਬਲਮ, ਉਹਨਾਂ ਦਾ ਅੱਗੇ ਆਉਣਾ ਅਜੇ ਵੀ ਬਹੁਤ ਮੁਸ਼ਕਿਲ। ਸੋ ਸਮਾਜ ਵੱਲੋਂ ਬਣਾਈਆਂ ਮਾਨਤਾਵਾਂ ਨੂੰ ਜਾਰੀ ਰੱਖਣ ਦੀ ਲੋੜ ਨੂੰ ਜਾਇਜ਼ ਠਹਿਰਾਉਣਾ, ਇਹ ਵੀ ਇੱਕ ਬਹੁਤ ਹੈ ਕਿ ਜੋ ਕੋਈ ਬਣੇ ਨੇ ਰੀਤੀ ਰਿਵਾਜ, ਭਾਵੇਂ ਧਾਰਮਿਕ ਨੇ ਭਾਵੇਂ ਸਮਾਜਿਕ ਨੇ, ਉਹਨਾਂ ਨੂੰ ਜਾਰੀ ਰੱਖਣਾ। ਪਰਿਵਾਰਕ ਵਿਦਿਅਕ ਅਦਾਰੇ ਇੱਕੋ ਜਿਹੀ ਗੱਲ ਕਰਨਾ ਕਿ ਔਰਤਾਂ ਤਾਂ ਇਸ ਤਰ੍ਹਾਂ ਦੀਆਂ, ਬੱਚੇ ਔਰਤਾਂ ਦੇ ਇਸ ਤਰ੍ਹਾਂ ਦੇ, ਬੱਚਿਆਂ ਨੂੰ ਨਹੀਂ ਇਹ ਕਰਨਾ ਚਾਹੀਦਾ, ਬੱਚਿਆਂ ਨੂੰ ਉਹ ਕਰਨਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਕਿ ਜਿਹੜੀ ਖੁਰਾਕ ਹੈ ਮਰਦਾਂ ਨੂੰ ਜ਼ਿਆਦਾ ਚਾਹੀਦੀ ਹੈ, ਪੜ੍ਹਾਈ ਮਰਦਾਂ ਨੂੰ ਜ਼ਿਆਦਾ ਚਾਹੀਦੀ ਹੈ, ਮਰਦ ਬੱਚਿਆਂ ਨੂੰ ਜ਼ਿਆਦਾ ਮਤਲਬ ਖੁਰਾਕ ਉਹ ਹੋਣਾ ਚਾਹੀਦਾ ਤਾਂ ਕਿ ਉਹਨਾਂ ਨੇ ਬਾਹਰ ਜਾ ਕੇ ਕੰਮ ਕਰਨਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਅਜੇ ਤੱਕ ਨਹੀਂ। ਸੋ ਇਸ ਲਿੰਗ ਆਧਾਰ ਸਮਾਨਤਾਵਾਂ ਨੂੰ ਖਤਮ ਕਰਦੇ ਹੋਏ ਹੀ ਅਸੀਂ, ਸੋ ਇਸ ਲਈ ਜ਼ਰੂਰੀ ਹੈ ਕਿ ਲੜਕੀਆਂ ਲਈ ਸਨਮਾਨਯੋਗ ਮਾਹੌਲ ਦੀ ਸਿਰਜਣਾ ਕੀਤੀ ਜਾਵੇ, ਸਮਾਜਿਕ ਸੁਰੱਖਿਆ, ਇਸਤਰੀ ਬਾਲ ਵਿਕਾਸ ਸੰਤੁਲਿਤ ਲਿੰਗ ਅਨੁਪਾਤ ਦੇ ਸੁਧਾਰ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਵੇ। ਹਾਂ, ਬਿਲਕੁਲ ਜ਼ਰੂਰੀ ਹੋਇਆ ਹੈ ਕਿ ਇਹਨਾਂ ਨੇ PNDT ਐਕਟ ਬਣਾਇਆ ਤਾਂ ਕਿ ਬੱਚਿਆਂ ਦੀ ਭਰੂਣ ਹੱਤਿਆ ਜਿਹੜੀ ਹੈ ਖਾਸ ਕਰਕੇ ਲੜਕੀਆਂ ਦੀ ਨਾ ਹੋ ਸਕੇ। ਉਸ ਨੂੰ ਬਹੁਤ ਸਟ੍ਰਿਕਟਲੀ ਲਾਗੂ ਹੋਣਾ ਚਾਹੀਦਾ ਤਾਂ ਕਿ ਜਿਹੜੀ ਲਿੰਗ ਅਨੁਪਾਤ ਦੀ ਅਸਮਾਨਤਾ ਹੈ ਉਹ ਅੱਗੇ ਜਾ ਕੇ ਜਿਹੜੀਆਂ ਵਿਆਹ ਸ਼ਾਦੀਆਂ ਜਦੋਂ ਹੁੰਦੀਆਂ ਨੇ, ਉਦੋਂ ਫਿਰ ਬਹੁਤ ਸਾਰੇ ਮਰਦ ਜਿਹੜੇ ਨੇ ਉਹ ਜਿਹੜੇ ਨੇ ਅਨਮੈਰਿਡ ਰਹਿ ਜਾਣਗੇ, ਔਰ ਅਨਮੈਰਿਡ ਰਹਿਣ ਕਰਕੇ ਸਮਾਜ ਵਿੱਚ ਹੋਰ ਤਰ੍ਹਾਂ ਦੀ ਭਗਦੜ ਬਚੇਗੀ। ਸੋ ਔਰਤਾਂ ਦਾ ਸਮਾਜ ਵਿੱਚ ਰੁਤਬਾ ਉੱਚਾ ਹੋਵੇ, ਇਸ ਲਈ ਲਿੰਗ ਅਸਮਾਨਤਾ ਕਾਰਨ ਹੋਣ ਵਾਲੀ ਸਮੱਸਿਆ ਤੋਂ ਵੀ ਬਚਿਆ ਜਾ ਸਕਦਾ ਹੈ। ਔਰ ਇਹ ਤਾਂ ਹੀ ਸੰਭਵ ਹੈ ਜੇ ਸਮਾਜ ਵਿੱਚ ਜਦੋਂ ਤੱਕ ਪਿਤਰੀ ਸੱਤਾ ਕਾਇਮ ਹੈ, ਉਦੋਂ ਤੱਕ ਔਰਤਾਂ ਦੇ ਵਿੱਚ ਜਿਹੜੀ ਹੈ ਉਹਨਾਂ ਨੂੰ ਇੰਪਾਵਰ ਕੀਤਾ ਜਾਵੇ, ਉਹਨਾਂ ਦਾ ਸਸ਼ਕਤੀਕਰਨ ਕੀਤਾ ਜਾਵੇ, ਔਰ ਉਹਨਾਂ ਨੂੰ ਉਹ ਸਾਰੀਆਂ ਸੇਵਾਵਾਂ ਦਿੱਤੀਆਂ ਜਾਣ ਜਿਹੜੀਆਂ ਉਹਨਾਂ ਨੂੰ ਜਿਹੜੀਆਂ ਨੇ ਉਹ ਆਪ ਫੈਸਲਾ ਲੈ ਸਕਣ ਕਿ ਉਹ ਸੇਵਾਵਾਂ ਜਿਹੜੀਆਂ ਨੇ ਉਹ ਜਾ ਕੇ ਪ੍ਰਾਪਤ ਕਰ ਸਕਣ। ਬਹੁਤ ਬਹੁਤ ਧੰਨਵਾਦ।